अस्सलाम वालेकुम जी। एक नई वीडियो ਦੇ ਨਾਲ ਮੇਰੀ ਤਰਫੋਂ ਸਭ ਨੂੰ ਆਦਾਬ ਕਬੂਲ ਹੋਵੇ। ਜਿੱਥੇ ਵੀ ਰਹੋ ਜੀਵਦੇ ਵਸਦੇ ਰਹੋ, ਹੱਸਦੇ ਰਹੋ, ਆਬਾਦ ਰਹੋ। ਅੱਜ ਅਸੀਂ ਗੱਲ ਕਰਾਂਗੇ ਇੱਕ ਨਈ ਕਿਸਮ ਦੀ ਅਰਾਈਗੋ ਦੇ ਬਾਰੇ, ਨਈ ਕਿਸਮ ਦੇ ਤਰੀਕੇ ਦੇ ਬਾਰੇ ਜਿਹਦੇ 'ਚ ਤੁਸੀਂ ਸਪੇਨ ਦੇ ਵਿੱਚ ਪੇਪਰ ਲੈ ਸਕਦੇ ਹੋ, ਜਿਹਨੂੰ ਕਹਿੰਦੇ ਨੇ ਅਰਾਈਗੋ ਸੋਸ਼ਲ ਕੋਨ ਮੇਡੀਓਸ ਇਕਨੋਮਿਕੋਸ ਪ੍ਰੋਪੀਓਸ। ਇਹਦਾ ਕੀ ਮਤਲਬ ਹੁੰਦਾ ਹੈ? ਇਹਦਾ ਇਹ ਮਤਲਬ ਹੁੰਦਾ ਹੈ ਕਿ ਸਪੇਨ ਦੇ ਵਿੱਚ ਤੁਸੀਂ ਪੇਪਰ ਲੈ ਸਕਦੇ ਹੋ ਅਗਰ ਤੁਹਾਡੇ ਕੋਲ ਕੰਮ ਦਾ ਕੰਟਰੈਕਟ ਨਹੀਂ ਹੈ ਔਰ ਤੁਹਾਡੇ ਕੋਲ ਪੈਸੇ ਤੁਹਾਡੇ ਅਕਾਊਂਟ ਵਿੱਚ ਹੈ ਨੇ ਔਰ ਉਸ ਦੀ ਬੁਨਿਆਦ ਉੱਤੇ ਤੁਸੀਂ ਕਿਹੜੇ ਪੇਪਰ ਲੈ ਸਕਦੇ ਹੋ ਔਰ ਉਹਨਾਂ ਦਾ ਕੀ ਤੁਹਾਨੂੰ ਫਾਇਦਾ ਹੋਵੇਗਾ ਔਰ ਕਿਸ ਤਰ੍ਹਾਂ ਲੈ ਸਕਦੇ ਹੋ। ਇਹ ਸਾਰੀ ਅਸੀਂ ਗੱਪਸ਼ਪ ਜਿਹੜੀ ਅੱਜ ਅਸੀਂ ਇਸ ਵੀਡੀਓ 'ਚ ਕਰਾਂਗੇ, ਤੁਹਾਨੂੰ ਸਮਝਾਵਾਂਗੇ ਤਾਂ ਕਿ ਮੇਨ ਜਿਹੜੀਆਂ ਚੀਜ਼ਾਂ ਨੇ ਉਹ ਤੁਹਾਨੂੰ ਪਤਾ ਹੋਣਾ ਹੈ, ਤਾਂ ਕਿ ਉਸ ਦੀ ਬੇਸ 'ਤੇ ਅਗਰ ਤੁਸੀਂ ਇਸ ਦੇ ਉੱਤੇ ਕੁਆਲੀਫਿਕੇਸ਼ਨ ਦੇ ਉੱਤੇ ਕੁਆਲੀਫਾਈ ਕਰਦੇ ਹੋ, ਇਸ ਰਿਕੁਆਇਰਮੈਂਟ ਨੂੰ ਪੂਰੀ ਕਰਦੇ, ਤੁਸੀਂ ਜਾ ਕੇ ਆਪਣੇ ਕਿਸੇ ਸਟੋਰ ਨਾਲ ਜਾਂ ਵਕੀਲ ਨੂੰ ਨਾਲ ਗੱਲ ਕਰਕੇ ਆਪਣੇ ਪੇਪਰ ਅਪਲਾਈ ਕਰ ਸਕਦੇ ਹੋ। ਹੈ ਇਸ ਮਸਲੇ 'ਚ ਪਹਿਲੀ ਚੀਜ਼ ਸਮਝਣ ਦੀ ਜ਼ਰੂਰਤ ਹੈ ਕਿ ਅਰਾਈਗੋ ਕਿਸ ਨੂੰ ਕਹਿੰਦੇ ਨੇ, ਅਰਾਈਗੋ ਲਫ਼ਜ਼ ਦਾ ਕੀ ਮਤਲਬ ਹੈ, ਜਾਂ ਅਰਾਈਗੋ ਸੋਸ਼ਲ 'ਚ ਜਿਹੜਾ ਕਿਹੜਾ ਬੰਦਾ ਪੇਪਰ ਲੈ ਸਕਦਾ ਤੇ ਕੀ ਰਿਕੁਆਇਰਮੈਂਟ ਹੁੰਦੀਆਂ ਨੇ। ਅਰਾਈਗੋ ਸੋਸ਼ਲ 'ਚ ਉਹ ਬੰਦਾ ਪੇਪਰ ਲੈ ਸਕਦਾ। ਇਹਦੀ ਜਿਹੜੀ ਰਿਕੁਆਇਰਮੈਂਟ ਹੁੰਦੀ ਹੈ ਉਹ ਇਹ ਵੇ ਕਿ ਜਿਹੜਾ ਵੀ ਬੰਦਾ ਸਪੇਨ ਦੇ ਵਿੱਚ ਜਿਹਨੂੰ ਉਹਨੇ 3 ਸਾਲ ਆਪਣਾ ਸਾਬਤ ਕਰਨਾ ਹੁੰਦਾ ਹੈ ਕਿ ਮੈਂ ਸਪੇਨ ਦੇ ਵਿੱਚ ਰਿਹਾ, ਜਿਹਦੇ 'ਚ ਸਭ ਤੋਂ ਮੇਨ ਚੀਜ਼ ਹੁੰਦੀ ਹੈ ਪਦਰੋਨਾਮੈਂਟੋ। ਅਗਰ ਪਦਰੋਨਾਮੈਂਟੋ ਕਿਤੇ ਕੱਟ ਜਾਏ ਤਾਂ ਉਸਨੇ ਬਾਕੀ ਚੀਜ਼ ਸਾਬਤ ਕਰਨੀ ਹੁੰਦੀ ਹੈ ਕਿ ਮੈਂ ਵਾਕਈ ਇਸ ਮੁਲਕ 'ਚ ਰਿਹਾ ਵਾਂ। ਉਸ ਤੋਂ ਬਾਅਦ ਦੂਸਰੀ ਜਿਹੜੀ ਚੀਜ਼ ਨੇ ਮੇਨ ਸਾਬਤ ਕਰਨੀ ਹੁੰਦੀ ਹੈ ਉਹ ਇਹ ਹੁੰਦੀ ਹੈ ਕਿ ਉਸਦਾ ਕਰੈਕਟਰ ਸਰਟੀਫਿਕੇਟ ਜਿਹੜਾ ਹੈ ਉਹ ਸਾਫ ਸੁਥਰਾ ਹੈ, ਉਹ ਪਾਕਿਸਤਾਨ ਵੀ ਹੈ ਤੇ ਸਾਫ ਸੁਥਰਾ ਬਣੇ ਹੈ, ਯਾਨੀ ਕਿ ਪਾਕਿਸਤਾਨ ਦਾ ਕਰੈਕਟਰ ਸਰਟੀਫਿਕੇਟ ਵੀ ਹੋਵੇ ਔਰ ਸਪੇਨ ਦਾ ਕਰੈਕਟਰ ਸਰਟੀਫਿਕੇਟ ਵੀ ਕਲੀਅਰ ਹੋਵੇ ਤੇ ਉਹ ਅਰਾਈਗੋ ਸੋਸ਼ਲ ਅਪਲਾਈ ਕਰ ਸਕਦਾ ਹੈ। ਤੀਸਰੀ ਜਿਹੜੀ ਰਿਕੁਆਇਰਮੈਂਟ ਹੁੰਦੀ ਉਹ ਇਹ ਹੁੰਦੀ ਹੈ ਕਿ ਤੁਸੀਂ ਇਹਨਾਂ ਦਾ ਇੱਕ ਦਫ਼ਤਰ ਹੁੰਦਾ ਜਿਹਨੂੰ ਸੋਸ਼ਲ ਸਰਵਿਸ ਦਾ ਦਫ਼ਤਰ ਕਿਹਾ ਜਾਂਦਾ, ਉੱਥੇ ਜਾ ਕੇ ਤੁਸੀਂ ਇਨਫੋਰਮੇ ਲੈਣੇ ਹੁੰਦੇ ਨੇ, ਇੱਕ ਉਹਨਾਂ ਦੀ ਰਿਪੋਰਟ ਲੈਣੀ ਹੁੰਦੀ ਹੈ ਕਿ ਉਹ ਅੱਗੋਂ ਹਰ ਸੂਬੇ ਥੋੜਾ ਕਾਨੂੰਨ ਵੱਖਰਾ ਕਤਲੂਨੀਆ 'ਚ, ਤੇ ਉਹਦੇ 'ਚ ਕਹਿੰਦੇ ਨੇ ਕਿ ਤੁਸੀਂ ਜ਼ਬਾਨਾਂ ਦੇ ਸਰਟੀਫਿਕੇਟ ਲੈ ਕੇ ਆਓ। ਜੇ ਕਤਲੂਨੀਆ ਤੁਸੀਂ ਬਾਹਰ ਹੋ ਤੇ ਉਹ ਫਿਰ ਉਹ ਨਾਰਮਲ ਨਾਲ ਦੇਖਦੇ ਨੇ ਬੰਦਾ ਠੀਕ ਹੈ ਜੀ, ਇੱਥੇ ਰਿਹਾ ਵੇ, ਸਾਡੀ ਕਮਿਊਨਿਟੀ 'ਚ ਇੰਟੀਗ੍ਰੇਟ ਕੀਤਾ, ਮਾੜਾ ਚੰਗਾ ਠੀਕ ਹੈ, ਗੱਲਬਾਤ ਕਰਕੇ ਮਕਾਨ ਚੈੱਕ ਕਰ ਲੈਣਗੇ ਕਿੱਥੇ ਰਹਿੰਦਾ ਹੈ, ਉਹ ਤੁਹਾਨੂੰ ਇਨਫੋਰਮੇ ਦੇ ਦੇਣਗੇ। ਠੀਕ ਹੈ ਜੀ। ਇਹ ਰਿਕੁਆਇਰਮੈਂਟ ਹੁੰਦੀ ਹੈ ਸਪੇਨ 'ਚ ਪੇਪਰ ਜਮ੍ਹਾਂ ਕਰਨ ਦੀ। ਚੌਥੀ ਰਿਕੁਆਇਰਮੈਂਟ ਹੁੰਦੀ ਹੈ ਕਿ ਤੁਸੀਂ ਜਿਹੜਾ ਤੁਹਾਡੇ ਕੋਲ ਕੰਮ ਦਾ ਕੰਟਰੈਕਟ ਹੋਵੇ, ਕਿ ਤੁਸੀਂ ਦੱਸਣਾ ਹੁੰਦਾ ਕਿ ਮੇਰੇ ਕੋਲ ਕੰਮ ਦਾ ਕੰਟਰੈਕਟ ਹੈ। ਫਿਰ ਐਕਸਟਰਨਲ ਮਿਨਿਸਟਰੀ ਜਿਹੜੀ ਉਸ ਨੂੰ ਵੈਰੀਫਾਈ ਕਰਦੀ ਹੈ। ਹੁਣ ਅਸੀਂ ਆਪਣੇ ਮਕਸਦ ਦੀ ਤਰਫ ਆਉਂਦੇ ਹਾਂ ਕਿ ਮੇਡੀਓਸ ਪ੍ਰੋਪੀਓਸ ਦਾ ਕੀ ਮਤਲਬ ਹੁੰਦਾ ਹੈ ਔਰ ਇਹ ਪੇਪਰ ਕਿਸ ਤਰ੍ਹਾਂ ਲਏ ਜਾ ਸਕਦੇ ਹਨ। ਅਗਰ ਬਾਕੀ ਰਿਕੁਆਇਰਮੈਂਟ ਤੁਹਾਡੇ ਬੰਦੇ ਕੋਲ ਪੂਰੀ ਹੁੰਦੀ ਹੈ ਔਰ ਉਸ ਦੇ ਕੋਲ ਕੰਟਰੈਕਟ ਨਹੀਂ ਹੁੰਦਾ ਕੰਮ ਦਾ, ਉਹਨੂੰ 3 ਸਾਲ ਪੂਰੇ ਹੋ ਗਏ ਨੇ, ਤੇ ਕੋਈ ਸੋਸ਼ਲ ਇਹਨਾਂ ਦੇ ਇਨਫੋਰਮੇ ਵੀ ਹੈ ਨੇ, ਪਦਰੋਨਾਮੈਂਟੋ ਵੀ ਹੈ, ਉਹਦੇ 'ਤੇ ਕੋਈ ਕੇਸ ਵੀ ਨਹੀਂ ਹੈ, ਤੇ ਇਹ ਹੁੰਦਾ 150% ਹੀ ਪ੍ਰੀਮ ਦਾ ਹੁੰਦਾ, ਤਕਰੀਬਨ 650 ਕੋਈ ਯੂਰੋ ਦਾ, 660-70 ਯੂਰੋ ਲਾ ਲਓ। ਸਿੰਗਲ ਬੰਦੇ ਦੀ 3000-1100 ਯੂਰੋ ਦਾ ਜਿਹੜਾ ਨਾ ਇੱਕ ਮਹੀਨੇ ਦਾ ਪ੍ਰੀਮ ਬਣ ਜਾਂਦਾ ਔਰ ਤੁਸੀਂ ਉਸਦਾ ਹਿਸਾਬ ਲਾ ਲਓ 12 ਮਹੀਨੇ ਦਾ, 12 ਮਹੀਨੇ ਦੇ ਹਿਸਾਬ ਤੇ 14-15 ਹਜ਼ਾਰ ਯੂਰੋ ਮੇਰਾ ਅੰਦਾਜ਼ਾ ਕਹਿੰਦਾ ਇਤਨਾ ਕੁ ਹੋਵੇ ਤੇ ਤੁਸੀਂ ਅਪਲਾਈ ਕਰ ਸਕਦੇ ਹੋ ਅਰਾਈਗੋ। ਇਹਦੇ ਵਿੱਚ 2 ਚੀਜ਼ਾਂ ਹੁੰਦੀਆਂ ਨੇ ਜਿਹੜੀਆਂ ਨਾ ਤੁਸੀਂ ਚੀਜ਼ਾਂ ਕਲੀਅਰ ਕਰਨੀਆਂ ਹੁੰਦੀਆਂ ਨੇ। ਹੈ ਕਿ ਇੱਕ ਤਾਂ ਚੀਜ਼ ਪਹਿਲੀ ਇਹ ਹੁੰਦੀ ਹੈ ਕਿ ਇਹ ਜਿਹੜੇ ਤੁਹਾਡੇ ਕੋਲ ਪੈਸੇ ਤੁਸੀਂ ਸ਼ੋਅ ਕਰਨੇ ਨੇ ਬੈਂਕ 'ਚ, ਇਹਨਾਂ ਦਾ ਸੋਰਸ ਆਫ ਇਨਕਮ ਕੀ ਸੀ ਹੈ। ਇਹਦੇ 'ਚ ਤੁਸੀਂ ਇਹ ਨਹੀਂ ਚੀਜ਼ ਸ਼ੋਅ ਕਰ ਸਕਦੇ ਹੈ ਕਿ ਮੈਂ ਜੀ ਕਮਾਏ, ਉਹ ਫਿਰ ਇਲੀਗਲ ਕਮਾਏ ਹੋ ਜਾਂਦੇ ਨੇ। ਉਹ ਤੁਸੀਂ ਇਹ ਕਰ ਸਕਦੇ ਹੋ ਕਿ ਮੈਂ ਆਪਣੇ ਮੁਲਕ 'ਚੋਂ ਮੰਗਾਏ, ਠੀਕ ਹੈ ਜੀ, ਬੈਂਕਿੰਗ ਸੋਰਸਿਸ ਤੋਂ ਮੰਗਾਏ, ਉਹ ਤੁਹਾਡੇ ਕੋਲ ਹੋ ਸਕਦੇ ਨੇ, ਜਾਂ ਜੋ ਵੀ ਹੈ ਤੁਸੀਂ ਸਾਬਤ ਕਰਨਾ ਹੁੰਦਾ। ਇਸ ਤੋਂ ਪਹਿਲੇ ਇਹ ਸੀ ਕਿ ਸ਼ੁਰੂ ਦੀ ਅਰਾਈਗੋ ਤੇ ਸੀ, ਲੇਕਿਨ ਜੋ ਹੈ ਨਾ ਅਕਸਰ ਹੇਰੀਆ ਸ਼ੁਰੂ ਤੋਂ ਜਵਾਬ ਦੇ ਦਿੰਦਾ ਸੀ ਹੈ ਕੋਵਿਡ ਤੋਂ ਪਹਿਲੇ ਕਿ ਮੈਂ ਅਸੀਂ ਨਹੀਂ ਜਮ੍ਹਾਂ ਕਰਦੇ ਹੈ, ਉਹ ਇਸ ਚੀਜ਼ ਨੂੰ ਮੰਨਦੇ ਨਹੀਂ ਸੀ ਹੈ। ਬਹਰਹਾਲ ਹੁਣ ਆ ਕੇ ਉਹਨਾਂ ਨੇ ਇਸ ਚੀਜ਼ ਦੀਆਂ ਵੀ ਸੋਲੀਸਿਟੂਡਸ ਜਿਹੜੀਆਂ ਨੇ ਐਪਲੀਕੇਸ਼ਨ ਐਕਸੈਪਟ ਕਰਨਾ ਸ਼ੁਰੂ ਕਰ ਦਿੱਤੀਆਂ ਨੇ ਹੈ। ਲੇਕਿਨ ਇਹਦੇ ਵਿੱਚ ਇਹ ਵੇ ਕਿ ਹੇਰੀਆ ਹਰ ਚੀਜ਼ ਦੇ ਹਰ ਬੰਦਾ, ਕਿਉਂਕਿ ਕੇਸ ਡਿਫਰੈਂਟ ਹੁੰਦਾ ਤੇ ਉਸ ਨੂੰ ਵੱਖਰਾ ਕਰਕੇ ਉਸ ਦੇ ਉੱਤੇ ਯਾਨੀ ਕਿ ਉਹਨੂੰ ਸਮਝਣਗੇ ਕਿ ਵਾਕਈ ਬੰਦਾ ਇਹ ਲੈ ਕੇ ਨਹੀਂ। ਹੁਣ ਅਸੀਂ ਗੱਲ ਉੱਥੇ ਹੀ ਸ਼ੁਰੂ ਕਰਨੇ ਆ ਕਿ ਅਗਰ ਤੁਸੀਂ ਸਾਬਤ ਕਰ ਸਕਦੇ ਹੋ
ਕਰ ਸਕਿਓ ਕਿ ਸਭ ਤੋਂ ਵੱਡੀ ਚੀਜ਼ ਤੇ ਹੁੰਦੀ ਕਿ ਪੈਸੇ ਚਲੋ ਹਰ ਬੰਦਾ ਇਕੱਠੇ ਕਰ ਲੈਂਦਾ, ਕੋਈ ਇੱਧਰੋਂ 2 ਲੱਭਿਆ, ਕੋਈ 4 ਉੱਧਰੋਂ ਲੱਭ ਲਿਆ, ਲੇਕਿਨ ਇੰਝ ਦਾ ਕੰਮ ਨਹੀਂ ਹੋਣਾ। ਫਿਰ ਉਹ ਬੈਂਕ 'ਚ ਜਮ੍ਹਾਂ ਕਰਾਉਣੇ ਹੁੰਦੇ ਨੇ, ਫਿਰ ਬੈਂਕਿੰਗ ਸੋਰਸ ਪੁੱਛਦੇ ਨੇ ਮੈਂ ਕਿੱਥੋਂ ਪੈਸੇ ਆਏ, ਫਿਰ ਉਸ ਚੀਜ਼ ਦੀ ਸਟੱਡੀ ਹੋਵੇਗੀ ਕਿ ਵਾਕਈ ਇਹਨਾਂ ਦੇ ਇੱਥੋਂ ਪੈਸੇ ਆਏ, ਜਾਂ ਬੰਦਾ ਸ਼ੋਅ ਕਰ ਰਿਹਾ ਕਿ ਇਸਨੇ ਕੋਈ ਸਾਲ ਕੱਢਣਾ ਤੇ ਇਸ ਮਗਰ ਦੇ ਕੋਲ ਇੰਨੇ ਪੈਸੇ ਹੈ ਨੇ। ਇੱਕ ਹੋਰ ਵੀ ਚੀਜ਼ ਹੁੰਦੀ ਹੈ ਕਿ ਤੁਹਾਡਾ ਕੋਈ ਆਪਣਾ ਜ਼ਾਤੀ ਫੈਮਿਲੀ ਵਾਲਾ ਮੈਂਬਰ ਹੈ, ਫੈਮਿਲੀ ਮੈਂਬਰ ਤੋਂ ਸਾਡਾ ਪਾਕਿਸਤਾਨ ਨਹੀਂ ਹੁੰਦਾ, ਚਾਚੇ ਦਾ ਪੁੱਤਰ ਹੈ, ਮਾਮੇ ਦਾ ਪੁੱਤਰ ਹੈ, ਉਹ ਫੈਮਿਲੀ ਮੈਂਬਰ ਨਾਲ ਕਰੀਬੀ ਭਾਈ ਬਹਿਨ ਹੋ ਗਏ, ਬੀਵੀ ਹੋ ਗਈ, ਮਾਂ ਬਾਪ ਹੋ ਗਏ, ਜਿਹੜੀ ਫਸਟ ਲੈਂਡ ਦੇ ਜਿਹੜੇ ਫੈਮਿਲੀ ਮੈਂਬਰਸ ਹੁੰਦੇ ਨੇ, ਉਹ ਅਗਰ ਨਾਲ ਰਹਿ ਰਹੇ ਨੇ ਹੈ ਤੇ ਤੁਸੀਂ ਉਹਨਾਂ ਦੀ ਜਿਹੜੀ ਸੇਵਿੰਗਸ ਹੈ ਉਸ ਨੂੰ ਵੀ ਇਸ ਚੀਜ਼ ਵਾਸਤੇ ਯੂਜ਼ ਕਰ ਸਕਦੇ ਹੋ ਕਿ ਜੀ ਇਹ ਦੇਖੋ ਜੀ ਮੇਰੇ ਫੈਮਿਲੀ ਮੈਂਬਰ ਹੈ, ਉਹਦੇ ਕੋਈ ਤੁਹਾਡੇ ਡਾਕੂਮੈਂਟ ਲਗਾ ਕੇ ਉਸਦੀ ਸੇਵਿੰਗ ਹੈ ਤੇ ਉਹ ਹੈ ਨਾਲ ਤੁਹਾਡੇ ਅਕਾਊਂਟ 'ਚ ਟ੍ਰਾਂਸਫਰ ਕਰ ਰਹੀ ਹੈ, ਜੋ ਵੀ ਇਸਦਾ ਪ੍ਰੋਸੀਜਰ ਹੋਵੇਗਾ ਉਹ ਸਾਬਤ ਕਰਨੀ ਹੁੰਦੀ ਹੈ ਕਿ ਜੀ ਇਹ ਠੀਕ ਹੈ ਜੀ ਮੇਰੀ ਹੈ, ਤੇ ਮੈਂ ਇਹਨਾਂ ਪੈਸੇ ਦਾ ਮੇਨਟੇਨ ਕਰਾਂਗਾ, ਮੇਰੇ ਕੋਲ ਆਪਣੇ ਜ਼ਾਤੀ ਪੈਸੇ ਤਾਂ ਨਹੀਂ ਹੈ ਨਾ, ਲੇਕਿਨ ਮੈਂ ਆਪਣੇ ਫੈਮਿਲੀ ਮੈਂਬਰ ਦੇ ਪੈਸਿਆਂ ਨੂੰ ਯੂਜ਼ ਕਰਕੇ ਸਾਲ ਆਪਣਾ ਕੱਢ ਲਾਂਗਾ, ਲੈ ਤਾਂ ਮੈਨੂੰ ਤੁਸੀਂ ਪੇਪਰ ਦੇਵੋ ਹੈ। ਤੇ ਇਸ ਤੋਂ ਬਾਅਦ ਇੱਕ ਹੋਰ ਆਪਸ਼ਨ ਬੰਦੇ ਕੋਲ ਹੁੰਦੀ, ਬਾਅਦ ਲੋਕ ਜਿਹੜੇ ਨੇ ਸ਼ੋਅ ਕਰ ਦਿੰਦੇ ਨੇ ਕਿ ਠੀਕ ਹੈ ਜੀ ਮੇਰੇ ਕੋਲ ਇਤਨੇ ਪੈਸੇ ਹੈ ਨਹੀਂ, ਪਰ ਮੇਰੇ ਪੈਸੇ ਦਾ ਸੋਰਸ ਕੀ ਹੈ। ਬਾਅਦ ਲੋਕ ਜਿਹੜੇ ਨੇ ਕੁਝ ਅਮੀਰ ਲੋਕ ਹੁੰਦੇ ਨੇ, ਕੋਈ ਆਪਣੇ ਕੋਈ ਮੁਲਕ 'ਚ ਕੋਈ ਪ੍ਰਾਪਰਟੀ ਕਿਰਾਏ 'ਤੇ ਦੇ ਦਿੱਤੀ ਹੈ ਜਾਂ ਇਸ ਤਰ੍ਹਾਂ ਦਾ ਕੋਈ ਸਿਲਸਿਲਾ ਕਰ ਦਿੱਤਾ ਜਿਹਦੀ ਵਜ੍ਹਾ ਉਹਨਾਂ ਨੂੰ ਪੈਸੇ ਦਾ ਸੋਰਸ ਆ ਰਿਹਾ, ਤੇ ਉਹ ਸੋਰਸ ਨੂੰ ਵੀ ਸ਼ੋਅ ਕਰਕੇ ਲਏ ਜਾ ਸਕਦੇ ਨੇ ਹੈ। ਇੱਕ ਹੋਰ ਸੋਰਸ ਇਹ ਹੁੰਦਾ ਕਿ ਬਾਅਦ ਦਫਾ ਹੁੰਦਾ ਕਿ ਬਾਅਦ ਲੋਕ ਜਿਹੜੇ ਨੇ ਥੋੜੀ ਉਮਰ 'ਚ ਜਾ ਕੇ ਸ਼ਾਦੀ ਕਰਦੇ ਨੇ ਜਾਂ ਨਹੀਂ ਵੀ ਕਰਦੇ, ਉਹਨਾਂ ਦੇ ਹਸਬੈਂਡ ਹੈ ਜਾਂ ਜੋ ਵੀ ਹੈ ਉਹਦੀ ਪੈਨਸ਼ਨ ਲੱਗੀ ਹੋਈ ਹੈ ਜਾਂ ਆਪਣੀ ਕੋਈ ਪੈਨਸ਼ਨ ਲੱਗੀ ਹੋਈ ਹੈ ਆਪਣੇ ਓਰੀਜਨ ਕੰਟਰੀ ਨੂੰ, ਤੇ ਉਸ ਦੀ ਵੀ ਉਹ ਜਿਹੜੀ ਮੰਥਲੀ ਸੈਲਰੀ ਉਹਨਾਂ ਦੇ ਅਕਾਊਂਟ 'ਚ ਆ ਰਹੀ ਸੀ ਉਸ ਨੂੰ ਵੀ ਸ਼ੋਅ ਕਰਕੇ ਤੇ ਜਿਹੜਾ ਟੋਟਲੀ ਪ੍ਰੇਮ ਤੇ ਕੋਈ ਨਾ ਉਹਨੂੰ ਵੀ ਲੈਸ ਕੀਤਾ ਜਾ ਸਕਦਾ। ਔਰ ਜਾਂ ਕਿਸੇ ਦੀ ਮਤਲਬ ਹੈ ਕਿ ਬਾਅਦ ਦਫਾ ਐਸੇ ਵੀ ਚਾਂਸਿਸ ਹੁੰਦੇ ਨੇ ਕਿ ਮੀਆਂ ਬੀਵੀ ਸ਼ਾਦੀ ਕਰਦੇ ਨੇ, ਉਹ ਹਸਬੈਂਡ ਜਿਹੜਾ ਪਤਾ ਸਪੇਨ 'ਚ ਤੇ ਬਾਅਦ ਦਫਾ ਬੰਦੇ ਨੂੰ ਕਈਆਂ ਨੂੰ ਰੰਗ ਮਨਾਉਣ ਦਾ ਸ਼ੌਕ ਹੁੰਦਾ, ਉਹ ਜਨਾਬ ਸਾਰੀ ਉਮਰ ਤੇ ਕਰਦੇ ਨਹੀਂ ਤੇ ਆਖਰੀ ਉਮਰ ਜਾ ਕੇ ਵਿਆਹ ਕਰ ਲੈਂਦੇ ਨੇ ਨਾ ਜੀ ਹੈ। ਤੇ ਖਾਸ ਤੌਰ ਤੇ ਮਤਲਬ ਹੈ ਕਿ ਫਿਰ ਉਹ ਆਪਣੇ ਹਿਸਾਬ ਨਾਲ ਬੰਦਾ ਲੱਭਦਾ ਨਹੀਂ, ਕੋਈ ਘੱਟ ਹੀ ਲੱਭ ਜਾਂਦਾ ਜਾਂ ਕੋਈ ਇਲੀਗਲ ਲੱਭ ਜਾਂਦੀ ਹੈ, ਜਾਂ ਫਿਰ ਉਹਨੂੰ ਵੀ ਹੁੰਦਾ ਕਿ ਚਲੋ ਮੈਨੂੰ ਨਾ ਪੇਪਰ ਮਿਲ ਜਾਣਗੇ। ਤੇ ਉਹ ਬਾਅਦ ਦਫਾ ਕੀ ਹੁੰਦਾ ਕਿ ਪੇਪਰ ਇਸ ਤੋਂ ਪਹਿਲੇ ਕਿ ਅਪਲਾਈ ਕਰਦੇ ਹੋ ਮਰ ਜਾਂਦਾ ਬੰਦਾ, ਤੇ ਉਹ ਫਿਰ ਉਹਦੀ ਪੈਨਸ਼ਨ ਜਿਹੜੀ ਉਹ ਜ਼ਾਰੀ ਗੱਲ ਹੈ ਫਿਰ ਉਹਦੀ ਬੀਵੀ 'ਚ ਹੁੰਦੀ ਹੈ, ਤੇ ਉਸ ਦੀ ਬੇਸ ਲੱਗ ਜਾਂਦੀ, ਫਿਰ ਉਸ ਦੀ ਉਹ ਵਜ੍ਹਾ ਤੋਂ ਵੀ ਰਾਈ ਕੋ ਲੱਭ ਸਕਦੀ ਹੈ। ਇੱਕ ਮਿਸਾਲ ਦੇਣ ਦਾ ਮਤਲਬ ਐਸੀ ਹੈ ਕਿ ਅਗਰ ਕੋਈ ਪੈਨਸ਼ਨ ਦਾ ਵੀ ਕੋਈ ਚੱਕਰ ਹੋਵੇ ਔਰ ਉਹ ਵੀ ਸੋਰਸ ਆਫ ਇਨਕਮ ਆਉਂਦਾ ਹੋਵੇ, ਤੇ ਉਸ ਦੀ ਬੇਸ ਉੱਤੇ ਵੀ ਜਿਹੜਾ ਡਾਕੂਮੈਂਟਸ ਅਪਲਾਈ ਕਰ ਸਕਦੇ ਨੇ ਬੰਦਾ, ਯਾਨੀ ਕਿ ਪੇਪਰ ਅਪਲਾਈ ਕਰਕੇ ਪੇਪਰ ਲੈ ਸਕਦਾ ਹੈ। ਹੁਣ ਜਿਹੜਾ ਸਭ ਤੋਂ ਵੱਡਾ ਮਸਲਾ ਸਿਰਫ ਇਸ ਰਾਈਕੋ ਦਾ ਸਿਰਫ ਇਹ ਆਉਂਦਾ ਕਿ ਇਸ ਰਾਈਗੋ ਵਿੱਚ ਜਿਹੜਾ ਤੁਸੀਂ ਕਿੱਥੇ ਜਮ੍ਹਾਂ ਕਰਾਉਣੇ ਨੇ, ਇਹ ਪਹਿਲੇ ਐਕਸ਼ਨ ਏਰੀਆ ਤੋਂ ਪਹਿਲੇ ਤੁਸੀਂ ਸਰਵਿਸ ਸੋਸ਼ਲ 'ਚ ਜਾਣਾ ਹੁੰਦਾ, ਉਹ ਉਸ ਨੂੰ ਸਾਰੀ ਸਿਚੁਏਸ਼ਨ ਕਰਕੇ ਉਹਨਾਂ ਨੂੰ ਦੱਸਣਾ ਹੁੰਦਾ। ਫਿਰ ਉਹ ਅਗਰ ਤੁਹਾਡੀ ਸਾਰੀ ਸਟੋਰੀ ਤੁਹਾਡੇ ਡਾਕੂਮੈਂਟ ਸਪੋਰਟਿਵ ਡਾਕੂਮੈਂਟਸ ਨੂੰ ਅਗਰ ਸਰਵਿਸ ਸੋਸ਼ਲ ਵਾਲੇ ਮੰਨ ਲੈਂਦੇ ਨੇ ਤੇ ਉਹ ਅਗਰ ਰეკਮੈਂਡੇਸ਼ਨ ਦੇ ਦਿੰਦੇ ਨੇ ਠੀਕ ਹੈ ਜੀ, ਕਿ ਉਹਦੇ 'ਤੇ ਪੇਪਰ ਦੇ ਰਿਕਮੈਂਡਾਂ ਉਹ ਲਿਖ ਦਿੰਦੇ ਨੇ ਤੇ ਫਿਰ ਤੁਹਾਡਾ ਕੇਸ ਜਿਹੜਾ ਤਕਰੀਬਨ ਤੁਹਾਡਾ ਚਾਂਸ ਜਿਹੜਾ 90-95% ਜਿਹੜਾ ਹੋ ਜਾਂਦਾ। ਬਾਕੀ ਇਹ ਸਭ ਤੋਂ ਬੇਸ ਚੀਜ਼ ਇਸ 'ਤੇ ਕਰਦਾ ਕਿ ਐਕਸ਼ਨ ਏਰੀਆ ਤੁਹਾਡੀ ਕੇਸ ਨੂੰ ਹਰ ਚੀਜ਼ ਦੇ ਬੰਦੇ ਦੇ ਕੇਸ ਨੂੰ ਵੱਖਰਾ ਡੀਲ ਕਰਦਾ ਔਰ ਦੇਖਦਾ ਕਿ ਇਸ ਬੰਦੇ ਦੇ ਕਿੰਨੇ ਚਾਂਸਿਸ ਹੈ ਨੇ। ਹੁਣ ਸਭ ਤੋਂ ਆਖਰ ਤੇ ਗੱਲ ਜਿਹੜੀ ਹੁੰਦੀ ਹੈ ਕਿ ਤੁਹਾਨੂੰ ਪੇਪਰ ਕਿਹੜੇ ਮਿਲਣਗੇ, ਪੇਪਰ 1 ਸਾਲ ਦੇ ਮਿਲਦੇ ਨੇ, ਲੇਕਿਨ ਸਭ ਤੋਂ ਜਿਹੜੀ ਮਾੜੀ ਗੱਲ ਦੀ ਨਜ਼ਰ ਆਉਂਦੀ ਹੈ ਉਹ ਇਹ ਵੇ ਕਿ ਤੁਹਾਨੂੰ ਉਹਦੇ ਕੰਮ ਦੀ ਇਜਾਜ਼ਤ ਨਹੀਂ ਹੋਵੇਗੀ, ਤੁਹਾਨੂੰ ਸਾਲ ਦਾ ਕਾਰਡ ਦੇਣਗੇ, ਉਹਦੇ ਤੁਸੀਂ ਸਪੇਨ 'ਚ ਰਹਿ ਸਕਦੇ ਹੋ ਕਿਉਂਕਿ ਤੁਸੀਂ ਸ਼ੋਅ ਹੀ ਕਰਨਾ ਮੇਰੇ ਕੋਲ ਆਪਣੇ ਪੈਸੇ ਆਣੇ, ਮੈਨੂੰ ਕੰਮ ਦੀ ਕੋਈ ਨਹੀਂ ਲੋੜ ਹੈ। ਤੇ ਉਸ ਬਾਅਦ ਤੁਸੀਂ ਬਾਅਦ 'ਚ ਆਰਾਮ ਨਾਲ ਕੰਟਰੈਕਟ ਵਗੈਰਾ ਢੂੰਢ ਟਾਣ ਲਓ, ਢੂੰਢ ਟਾਣ ਕੇ ਤੇ ਫਿਰ ਮਤਲਬ ਹੈ ਆਪਣੇ ਪੇਪਰ ਅਪਲਾਈ ਕਰ ਲਓ। ਲੇਕਿਨ ਇਹ ਲੀਗਲ ਤੇ ਹੁੰਦਾ ਨਾ, ਬੰਦਾ ਲੀਗਲ ਹੋ ਕੇ ਚਲੋ ਦੁਬਾਰਾ ਰਾਏ ਕੋ ਬੰਦਾ ਅਪਲਾਈ ਕਰ ਲੈਣਾ, ਜਾਂ ਜਦੋਂ ਕੋਈ ਅੱਛਾ ਕੰਟਰੈਕਟ ਲੱਭੇ ਤਾਂ ਉਸ ਦੀ ਬੇਸ ਤੇ ਬੰਦਾ ਨਾਲ ਉਹ ਚੇਂਜ ਕਰਨ ਦੀ ਕੋਸ਼ਿਸ਼ ਕਰ ਲੈਂਦਾ ਜਾਂ ਅਪਲਾਈ ਕਰਨ ਦੀ ਕੋਸ਼ਿਸ਼ ਕਰ ਲੈਂਦਾ। ਉਹਦੇ ਵਾਸਤੇ ਕੀ ਰਿਕੁਆਇਰਮੈਂਟ ਹੁੰਦੀਆਂ ਨੇ, ਤੁਸੀਂ ਜਦੋਂ ਰਾਏ ਕੋ ਅਪਲਾਈ ਕਰਨੀ ਹੈ ਤੁਹਾਡਾ ਪਾਸਪੋਰਟ ਹੁੰਦਾ ਹੈ ਜਿਹੜਾ ਤੁਸੀਂ ਅਪਲਾਈ ਕਰਨਾ ਹੈ, ਉਸ ਤੋਂ ਬਾਅਦ ਪਤਰੋਂ ਨਾਲ ਲੈ ਜਾਓ, ਇਨਫੋਰਮਲ ਲੈ ਜਾਓ, ਕਰੈਕਟਰ ਸਰਟੀਫਿਕੇਟ ਲੈ ਜਾਓ, ਔਰ ਜਿਹੜਾ ਸਾਰਾ ਵਿੰਕਲੋ ਹੁੰਦਾ ਨਾ ਤੁਹਾਡਾ ਮੈਟ੍ਰੀਮੋਨੀ ਵਾਲਾ ਜਿਹੜਾ ਉਹ ਜਾਂ ਫੈਮਿਲੀਆਰ ਜੇ ਤੁਹਾਡੇ ਔਰ ਦੱਸਣੇ ਉਹ ਸਾਰੀ ਡਿਟੇਲ ਲੈ ਕੇ ਤੁਸੀਂ ਐਕਸ਼ਨ ਏਰੀਆ ਜਮ੍ਹਾਂ ਕਰਾ ਦੇਣੀ ਹੈ। ਤਾਂ ਟਾਈਮ ਕਿੰਨਾ ਹੁੰਦਾ ਬਾਅਦ ਲੋਕ ਪੁੱਛਦੇ ਨੇ, ਮੈਕਸਿਮਮ ਟਾਈਮ ਜਿਹੜਾ ਹੈ ਉਹ ਐਕਸ਼ਨ ਏਰੀਆ ਦਾ 3 ਮਹੀਨੇ में है, ठीक है जी है, वो पहले भी फैसला कर सकते हैं, लेकिन तुम कानूनी तौर पर उन्होंने पूछ नहीं सकते हैं। 3 महीने बाद तुम उन्होंने पूछ सकते हो हाँ जी मेरा टाइम गुजर गया, तुम मेरे टाइम का फैसला क्यों नहीं कर रहे है। ठीक है जी है, जीवते वसते रहो, हंसते रहो, आबाद रहो, अल्लाह पाक सबनों खुश रखे है। फी अमान अल्लाह, अल्लाह हाफिज़।